ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਇਸ ਵੀਡੀਓ ਵਿੱਚ ਦੇਖਣ ਜਾ ਰਹੇ ਹਾਂ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਦੇ ਪ੍ਰੈਕਟਿਸ ਕੁਐਸਚਨ ਪੰਜਾਬੀ ਤੋਂ ਅੰਗਰੇਜ਼ੀ ਵਿੱਚ। ਚਲੋ ਫਿਰ ਸ਼ੁਰੂ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕੁਝ ਪੋਜ਼ਿਟਿਵ ਸੈਂਟੈਂਸਸ। ਉਸ ਤੋਂ ਪਹਿਲਾਂ ਅਗਰ ਤੁਹਾਨੂੰ ਯਾਦ ਹੋਵੇ ਤੇ ਸਾਨੂੰ ਪਤਾ ਹੈ ਪ੍ਰੈਜ਼ੈਂਟ ਕੰਟੀਨਿਊਸ ਦਾ ਕੀ ਰੂਲ ਹੁੰਦਾ ਹੈ। ਸਭ ਤੋਂ ਪਹਿਲਾਂ ਸਾਤੋਂ ਸਬਜੈਕਟ ਆਉਂਦਾ ਹੈ, ਉਸ ਤੋਂ ਬਾਅਦ ਆਉਂਦਾ ਇਜ਼ ਐਮ ਆਰ, ਦੈਨ ਵਰਬ ਦੀ ਫਸਟ ਫਾਰਮ ਨਾਲ ਅਸੀਂ ਆਈਐਨਜੀ ਦਾ ਯੂਜ਼ ਕਰਦੇ ਹਾਂ ਐਂਡ ਲਾਸਟ ਦੇ ਵਿੱਚ ਸਾਤੋਂ ਆਉਂਦਾ ਹੈ ਆਬਜੈਕਟ। ਹੁਣ ਅਸੀਂ ਇਜ਼ ਐਮ ਆਰ ਦਾ ਯੂਜ਼ ਕਿਵੇਂ ਕਰਨਾ ਹੈ? ਸਬਜੈਕਟ ਦੇ ਅਕੋਰਡਿੰਗ। ਜਿਵੇਂ ਕਿ ਅਗਰ ਸਾਤੋਂ ਸਬਜੈਕਟ ਆਈ ਹੈ ਤੇ ਉਹਦੇ ਨਾਲ ਅਸੀਂ ਐਮ ਹੈਲਪਿੰਗ ਵਰਬ ਦਾ ਯੂਜ਼ ਕਰਾਂਗੇ। ਅਗਰ ਸਬਜੈਕਟ ਦੇ ਵਿੱਚ ਸਾਤੋਂ ਹੀ, ਸ਼ੀ, ਇਟ ਜਾਂ ਫਿਰ ਕੋਈ ਵੀ ਸਿੰਗੂਲਰ ਸਬਜੈਕਟ ਹੈ ਤੇ ਉਹਦੇ ਨਾਲ ਅਸੀਂ ਇਸ ਦਾ ਯੂਜ਼ ਕਰਾਂਗੇ। ਐਂਡ ਅਗਰ ਸਬਜੈਕਟ ਵਿੱਚ ਯੂ ਵੀ ਦੇ ਜਾਂ ਫਿਰ ਕੋਈ ਪਲੂਰਲ ਸਬਜੈਕਟ ਆ ਰਿਹਾ ਹੈ ਤਾਂ ਉਹਦੇ ਨਾਲ ਅਸੀਂ ਆਰ ਦਾ ਯੂਜ਼ ਕਰਾਂਗੇ। ਹੁਣ ਅਸੀਂ ਕੁਝ ਕੁਐਸਚਨਸ ਨਾਲ ਦੇਖਦੇ ਹਾਂ। ਜਿਵੇਂ ਕਿ ਮੈਂ ਇੱਕ ਕਿਤਾਬ ਪੜ੍ਹ ਰਿਹਾ ਹਾਂ, ਆਈ ਡੈਸ਼ ਅ ਬੁੱਕ। ਹੁਣ ਇਹ ਸੈਂਟੈਂਸ ਵਿੱਚ ਆਈ ਕੀ ਹੈ? ਇੱਕ ਸਾਤੋਂ ਸਿੰਗੂਲਰ ਸਬਜੈਕਟ ਹੈ ਤੇ ਸਾਨੂੰ ਪਤਾ ਹੈ ਅਕੋਰਡਿੰਗ ਟੂ ਡੈਫੀਨੇਸ਼ਨ ਆਈ ਦੇ ਨਾਲ ਅਸੀਂ ਕੀ ਯੂਜ਼ ਕਰਾਂਗੇ? ਆਲਵੇਜ਼ ਐਮ। ਸੋ ਆਈ ਤੋਂ ਬਾਅਦ ਕੀ ਆਏਗਾ? ਐਮ। ਦੈਨ ਉਸ ਤੋਂ ਬਾਅਦ ਕੀ ਹੈ? ਸਾਨੂੰ ਪਤਾ ਹੈ ਅਕੋਰਡਿੰਗ ਟੂ ਸਟਰਕਚਰ ਵਰਬ ਦੀ ਫਸਟ ਫਾਰਮ ਪਲਸ ਆਈਐਨਜੀ। ਤੇ ਉਸ ਤੋਂ ਬਾਅਦ ਕੀ ਆ ਗਿਆ? ਰੀਡਿੰਗ, ਜੋ ਕਿ ਹੋ ਗਿਆ ਸਾਤੋਂ ਵਰਬ ਦੀ ਫਸਟ ਫਾਰਮ ਪਲਸ ਆਈਐਨਜੀ। ਸੋ ਕੀ ਸੈਂਟੈਂਸ ਬਣੇਗਾ? ਆਈ ਐਮ ਰੀਡਿੰਗ ਅ ਬੁੱਕ। ਸਿਮਿਲਰਲੀ ਉਹ ਖਾਣਾ ਬਣਾ ਰਹੀ ਹੈ, ਸ਼ੀ ਡੈਸ਼ ਫੂਡ। ਹੁਣ ਸਬਜੈਕਟ ਕੀ ਹੈ? ਸਾਤੋਂ ਸ਼ੀ। ਸੋ ਸਾਨੂੰ ਪਤਾ ਹੈ ਅਗਰ ਸਾਤੋਂ ਸਬਜੈਕਟ ਸ਼ੀ ਹੋਵੇ ਜਾਂ ਕੋਈ ਵੀ ਸਿੰਗੂਲਰ ਸਬਜੈਕਟ ਹੋਵੇ ਉਹਦੇ ਨਾਲ ਅਸੀਂ ਇਸ ਦਾ ਯੂਜ਼ ਕਰਾਂਗੇ। ਦੈਨ ਖਾਣਾ ਬਣਾ ਰਹੀ ਦੀ ਇੰਗਲਿਸ਼ ਹੋ ਗਈ ਕੁਕਿੰਗ, ਇਹ ਕੀ ਸਾਤੋਂ ਵਰਬ ਦੀ ਫਸਟ ਫਾਰਮ, ਉਹਦੇ ਨਾਲ ਅਸੀਂ ਕੀ ਯੂਜ਼ ਕੀਤਾ? ਆਈਐਨਜੀ। ਸੋ ਕੀ ਸੈਂਟੈਂਸ ਬਣੇਗਾ? ਸ਼ੀ ਇਜ਼ ਕੁਕਿੰਗ ਫੂਡ। ਨੈਕਸਟ ਆਉਂਦਾ ਹੈ ਉਹ ਕ੍ਰਿਕਟ ਖੇਡ ਰਹੇ ਹਨ, ਦੇ ਡੈਸ਼ ਕ੍ਰਿਕਟ। ਹੁਣ ਇਹ ਸੈਂਟੈਂਸ ਵਿੱਚ ਸਾਤੋਂ ਸਬਜੈਕਟ ਕੀ ਹੈ? ਦੇ। ਸੋ ਦੇ ਕੀ ਹੈ? ਸਾਤੋਂ ਇੱਕ ਤਰੀਕੇ ਦਾ ਪਲੂਰਲ ਸਬਜੈਕਟ। ਸੋ ਅਗਰ ਸਾਤੋਂ ਸਬਜੈਕਟ ਪਲੂਰਲ ਹੋਵੇ ਸਾਨੂੰ ਪਤਾ ਹੈ ਅਸੀਂ ਇਜ਼ ਐਮ ਆਰ ਦੇ ਵਿੱਚੋਂ ਆਰ ਦਾ ਯੂਜ਼ ਕਰਾਂਗੇ। ਐਂਡ ਪਲੇਇੰਗ ਕੀ ਹੋ ਗਿਆ? ਸਾਤੋਂ ਵਰਬ ਦੀ ਫਸਟ ਫਾਰਮ ਪਲਸ ਆਈਐਨਜੀ, ਕਿਉਂਕਿ ਕੰਟੀਨਿਊਸ ਦੀ ਗੱਲ ਹੋ ਰਹੀ ਹੈ। ਸੋ ਕੀ ਸੈਂਟੈਂਸ ਬਣੇਗਾ? ਦੇ ਆਰ ਪਲੇਇੰਗ ਕ੍ਰਿਕਟ। ਸਿਮਿਲਰਲੀ ਅਸੀਂ ਅੰਗਰੇਜ਼ੀ ਸਿੱਖ ਰਹੇ ਹਾਂ, ਵੀ ਡੈਸ਼ ਇੰਗਲਿਸ਼। ਹੁਣ ਅਗੇਨ ਸਬਜੈਕਟ ਸਾਤੋਂ ਕੀ ਹੈ? ਬੀ, ਜੋ ਕਿ ਹੈ ਇੱਕ ਪਲੂਰਲ ਸਬਜੈਕਟ। ਸੋ ਪਲੂਰਲ ਸਬਜੈਕਟ ਨਾਲ ਅਸੀਂ ਆਰ ਹੈਲਪਿੰਗ ਵਰਬ ਦਾ ਯੂਜ਼ ਕਰਾਂਗੇ। ਦੈਨ ਸਿੱਖ ਰਹੇ ਹਾਂ ਦੀ ਇੰਗਲਿਸ਼ ਕੀ ਹੋਗੀ? ਲਰਨਿੰਗ, ਜੋ ਕਿ ਸਾਤੋਂ ਵਰਬ ਦੀ ਫਸਟ ਫਾਰਮ ਆਈਐਨਜੀ। ਸੋ ਕੀ ਹੋ ਗਿਆ ਆਂਸਰ? ਵੀ ਆਰ ਲਰਨਿੰਗ ਇੰਗਲਿਸ਼। ਨੈਕਸਟ ਸਾਡੇ ਕੋਲ ਆਉਂਦਾ ਹੈ ਨੈਗੇਟਿਵ ਸੈਂਟੈਂਸਿਸ। ਕੀ ਹੁੰਦਾ ਹੈ ਨੈਗੇਟਿਵ ਸੈਂਟੈਂਸਿਸ? ਉਹ ਸੈਂਟੈਂਸਿਸ ਜਿਹਦੇ ਵਿੱਚ ਕੋਈ ਨਕਾਰਾਤਮਕ ਗੱਲ ਹੋ ਰਹੀ ਹੋਵੇ। ਸੋ ਇਹਦੇ ਲਈ ਵੀ ਕੀ ਰੂਲ ਹੁੰਦਾ ਹੈ? ਰੂਲ ਆਲਮੋਸਟ ਸੇਮ ਹੀ ਹੁੰਦਾ ਹੈ, ਬਸ ਇੱਕ ਨਵਾਂ ਵਰਡ ਐਡ ਹੁੰਦਾ ਹੈ ਜੋ ਕਿ ਹੈ ਨਾਟ। ਸੋ ਇਹਦੇ ਵਿੱਚ ਵੀ ਸਭ ਤੋਂ ਪਹਿਲਾਂ ਸਬਜੈਕਟ ਆਏਗਾ, ਦੈਨ ਸਬਜੈਕਟ ਦੇ ਅਕੋਰਡਿੰਗ ਅਸੀਂ ਇਜ਼ ਐਮ ਆਰ ਦੇ ਵਿੱਚੋਂ ਕੋਈ ਇੱਕ ਹੈਲਪਿੰਗ ਵਰਬ ਦਾ ਯੂਜ਼ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਨਾਟ ਯੂਜ਼ ਕਰਾਂਗੇ ਕਿਉਂਕਿ ਨੈਗੇਟਿਵ ਸੈਂਟੈਂਸਿਸ ਦੀ ਗੱਲ ਹੋ ਰਹੀ ਹੈ। ਦੈਨ ਉਸ ਤੋਂ ਬਾਅਦ ਅਗੇਨ ਵਰਬ ਦੀ ਫਸਟ ਫਾਰਮ ਪਲਸ ਆਈਐਨਜੀ ਐਂਡ ਲਾਸਟ ਸਾਡਾ ਆਬਜੈਕਟ ਆਏਗਾ। ਇਹ ਵੀ ਅਸੀਂ ਕੁਐਸਚਨਸ ਦੇ ਨਾਲ ਸਮਝਦੇ ਹਾਂ। ਜਿਵੇਂ ਕਿ ਮੈਂ ਨਹੀਂ ਲਿਖ ਰਿਹਾ ਹਾਂ, ਆਈ ਡੈਸ਼। ਹੁਣ ਇਹ ਸੈਂਟੈਂਸ ਵਿੱਚ ਸਬਜੈਕਟ ਸਾਤੋਂ ਕੀ ਹੈ? ਆਈ। ਸੋ ਸਾਨੂੰ ਪਤਾ ਹੈ ਆਈ ਦੇ ਨਾਲ ਅਸੀਂ ਕਿਸ ਹੈਲਪਿੰਗ ਵਰਬ ਦਾ ਯੂਜ਼ ਕਰਾਂਗੇ? ਆਲਵੇਜ਼ ਐਮ ਦਾ। तो उस तो बाद की है मैं नहीं लिख रहा हाँ। सो अकॉर्डिंग टू स्ट्रक्चर उस तो बाद आएगा सातों नॉट एंड उस तो बाद वर्ब दी फर्स्ट फॉर्म प्लस आईएनजी, जो कि हो गया नॉट राइटिंग। सो की पूरा सेंटेंस बनया आई एम नॉट राइटिंग। सिमिलरली वो नहीं दौड़ रहा है, ही डैश। हुण सातों सब्जेक्ट की है ही की एक सातों सिंगुलर सब्जेक्ट। सो अगर सातों सिंगुलर सब्जेक्ट होवे उहदे नाल सानूं पता है असीं इस दा यूज़ करांगे। नैगेटिव सेंटेंस है, सो अकॉर्डिंग टू दिस स्ट्रक्चर इस तो बाद असीं नॉट का यूज़ किया। दैन रनिंग की हो गया सातों वर्ब दी फर्स्ट फॉर्म प्लस आईएनजी। रन की है वर्ब दी फर्स्ट फॉर्म एंड उहदे नाल असीं आईएनजी लगा के की करता, उहनूं वर्ब दी फर्स्ट फॉर्म प्लस आईएनजी बना दिता। सो की लाइन बनी? ही इज़ नॉट रनिंग। सिमिलरली असीं नहीं खेड रहे हाँ, वी डैश। हुण सातों सेंटेंस का सब्जेक्ट की है? बी। सो वी की एक तरीके का प्लूरल सब्जेक्ट। सो अगर सब्जेक्ट प्लूरल होवे उहदे नाल असीं की यूज़ करांगे? आर। तो हुण सेंटेंस विच नैगेटिव गल हो रही है तो हैल्पिंग वर्ब तो बाद की आएगा नॉट एंड प्लेइंग की हो गया सातों वर्ब दी फर्स्ट फॉर्म प्लस आईएनजी। सो की पूरा सेंटेंस बनया वी आर नॉट प्लेइंग। नैक्सट आंदा है रीना नहीं पढ़ रही है, रीना डैश। हुण रीना की है? किसी एक कुड़ी का नाम है। सो इनू असीं की बोलांगे? ये साडे तो की हो गया एक तरीके का सिंगुलर सब्जेक्ट। सो सब्जेक्ट अगर सिंगुलर होवे उहदे नाल असीं की यूज़ करांगे? इज हैल्पिंग वर्ब दा यूज़ करांगे। नकारात्मक सेंटेंस की गल हो रही है सो इस तो बाद नॉट आएगा एंड स्टडिंग की हो गया सातों वर्ब दी फर्स्ट फॉर्म प्लस आईएनजी। सो की सेंटेंस बनया पूरा? रीना इज नॉट स्टडिंग। हुण असीं नैक्सट क्वेश्चंस देखते हैं फॉर इंटैरोगेटिव सेंटेंसिस। की हुंदा इंटैरोगेटिव सेंटेंसिस? इदां दे सेंटेंसिस जिन्हां दे विच किसी तरीके दा कोई प्रश्न पूछा जा रहा होवे उन्हां नूं असीं इंटैरोगेटिव सेंटेंसिस बोल दिंदे हां। सो इहदे लई की होएगा? इहदे विच जो साडे तो इज एम आर है वो सब्जेक्ट तो पहला आ जाएगा। जिवें कि इज एम आर पहला आएगा उस तो बाद सब्जेक्ट आएगा, दैन अगेन सेम वर्ब दी फर्स्ट फॉर्म प्लस आईएनजी एंड लास्ट ऑब्जेक्ट। तो असीं मेक श्योर करना है कि इंटैरोगेटिव सेंटेंसिस दे लास्ट हमेशा क्वेश्चन मार्क
पाना है। ਹੁਣ ਅਸੀਂ ਪ੍ਰੈਕਟਿਸ ਕੁਐਸਚਨਸ ਨਾਲ ਸਮਝ ਕੇ ਦੇਖਦੇ ਹਾਂ। ਜਿਵੇਂ ਕਿ ਕੀ ਮੈਂ ਸਹੀ ਲਿਖ ਰਿਹਾ ਹਾਂ। ਹੁਣ ਇਹ ਸੈਂਟੈਂਸ ਵਿੱਚ ਕੀ ਹੋ ਰਿਹਾ ਹੈ, ਪ੍ਰਸ਼ਨ ਪੁੱਛਿਆ ਜਾ ਰਿਹਾ ਕਿ ਕੀ ਮੈਂ ਸਹੀ ਲਿਖ ਰਿਹਾ ਹਾਂ। ਸੋ ਇਹ ਕੀ ਹੋ ਗਿਆ ਸਾਡੇ ਤੋਂ ਇੱਕ ਤਰੀਕੇ ਦਾ ਇੰਟੈਰੋਗੇਟਿਵ ਸੈਂਟੈਂਸਿਸ। ਹੁਣ ਕੀ ਆਏਗਾ ਇਹਦਾ ਆਂਸਰ, ਡੈਸ਼ ਆਈ ਡੈਸ਼ ਕਰੈਕਟਲੀ। ਹੁਣ ਸਬਜੈਕਟ ਕੀ ਹੈ ਸਾਡੇ ਤੋਂ, ਆਈ। ਸੋ ਅਗਰ ਸਬਜੈਕਟ ਆਈ ਹੈ, ਸਾਨੂੰ ਪਤਾ ਅਸੀਂ ਕਿਸ ਹੈਲਪਿੰਗ ਵਰਬ ਦਾ ਯੂਜ਼ ਕਰਦੇ ਹਾਂ, ਐਮ। ਸੋ ਐਮ ਕੀ ਆ ਗਿਆ ਸਾਡਾ ਸਟਾਰਟਿੰਗ ਦੇ ਵਿੱਚ ਅਕੋਰਡਿੰਗ ਟੂ ਦਿਸ ਰੂਲ। ਉਸ ਤੋਂ ਬਾਅਦ ਆਈ ਤੋਂ ਬਾਅਦ ਕੀ ਆਏਗਾ, ਬੇਸਿਕਲੀ ਸਬਜੈਕਟ ਤੋਂ ਬਾਅਦ ਕੀ ਆਏਗਾ, ਵਰਬ ਦੀ ਫਸਟ ਫਾਰਮ ਪਲਸ ਆਈਐਨਜੀ। ਉਹ ਕੀ ਹੋ ਗਿਆ ਸਾਡੇ ਤੋਂ, ਰਾਈਟਿੰਗ। ਸੋ ਕੀ ਪੂਰਾ ਸੈਂਟੈਂਸ ਬਣੇਗਾ, ਐਮ ਆਈ ਰਾਈਟਿੰਗ ਕਰੈਕਟਲੀ। ਸਿਮਿਲਰਲੀ ਕਿ ਉਹ ਗਾਣਾ ਗਾ ਰਹੀ ਹੈ, ਡੈਸ਼ ਸ਼ੀ ਡੈਸ਼ ਅ ਸੌਂਗ। ਹੁਣ ਇਹ ਵੀ ਕੀ ਹੈ, ਇੱਕ ਪ੍ਰਸ਼ਨ ਪੁੱਛਿਆ ਜਾ ਰਿਹਾ ਹੈ। ਇਹ ਸੱਤ ਹੋ ਗਿਆ ਇੱਕ ਤਰੀਕੇ ਦਾ ਇੰਟੈਰੋਗੇਟਿਵ ਸੈਂਟੈਂਸ। ਸੋ ਅਕੋਰਡਿੰਗ ਟੂ ਸਟਰਕਚਰ ਸਬਜੈਕਟ ਕੀ ਹੈ ਸਾਡੇ ਤੋਂ, ਸ਼ੀ। ਸੋ ਸ਼ੀ ਦੇ ਨਾਲ ਕੀ ਆਏਗਾ, ਹਮੇਸ਼ਾ ਅਸੀਂ ਇਸ ਦਾ ਯੂਜ਼ ਕਰਦੇ ਹਾਂ। ਤਾਂ ਸਟਾਰਟਿੰਗ 'ਚ ਕੀ ਆਏਗਾ, ਇਸ। ਉਸ ਤੋਂ ਬਾਅਦ ਸ਼ੀ ਤੋਂ ਬਾਅਦ ਆਏਗਾ ਵਰਬ ਦਾ ਫਸਟ ਫਾਰਮ ਪਲਸ ਆਈਐਨਜੀ। ਉਹ ਕੀ ਹੋ ਗਿਆ ਸਾਡੇ ਤੋਂ, ਸਿੰਗਿੰਗ। ਸੋ ਕੀ ਸੈਂਟੈਂਸ ਬਣੇਗਾ, ਇਜ਼ ਸ਼ੀ ਸਿੰਗਿੰਗ ਅ ਸੌਂਗ। ਸਿਮਿਲਰਲੀ ਕਿ ਉਹ ਕ੍ਰਿਕਟ ਖੇਡ ਰਹੇ ਹਨ, ਡੈਸ਼ ਦੇ ਡੈਸ਼ ਕ੍ਰਿਕਟ। ਇਹ ਵੀ ਸਾਡੇ ਤੋਂ ਕੀ ਹੈ, ਇੰਟੈਰੋਗੇਟਿਵ ਸੈਂਟੈਂਸ। ਸਬਜੈਕਟ ਕੀ ਹੈ ਸੈਂਟੈਂਸ ਦਾ, ਦੇ। ਸੋ ਅਗਰ ਸਬਜੈਕਟ ਦੇ ਹੋਵੇ, ਬੇਸਿਕਲੀ ਪਲੂਰਲ ਸਬਜੈਕਟ ਹੈ, ਤੇ ਉਹਦੇ ਨਾਲ ਅਸੀਂ ਕੀ ਯੂਜ਼ ਕਰਾਂਗੇ, ਆਰ। ਸੋ ਆਰ ਕੀ ਆ ਜਾਏਗਾ, ਸਟਾਰਟਿੰਗ ਆਫ ਸੈਂਟੈਂਸ 'ਚ ਆ ਜਾਏਗਾ। ਐਂਡ ਉਸ ਤੋਂ ਬਾਅਦ ਕੀ ਆਏਗਾ, ਵਰਬ ਦੀ ਫਸਟ ਫਾਰਮ ਪਲਸ ਆਈਐਨਜੀ। ਉਹ ਕੀ ਹੋ ਗਿਆ ਸਾਡੇ ਤੋਂ, ਪਲੇਇੰਗ। ਸੋ ਕੀ ਸੈਂਟੈਂਸ ਬਣੇਗਾ, ਆਰ ਦੇ ਪਲੇਇੰਗ ਕ੍ਰਿਕਟ। ਸਿਮਿਲਰਲੀ ਕਿ ਰਾਮ ਖਾਣਾ ਖਾ ਰਿਹਾ ਹੈ, ਡੈਸ਼ ਰਾਮ ਡੈਸ਼ ਫੂਡ। ਹੁਣ ਇਹ ਸੈਂਟੈਂਸ ਦਾ ਸਬਜੈਕਟ ਕੀ ਹੈ, ਰਾਮ ਕੀ ਹੈ, ਕਿਸੇ ਇੱਕ ਲੜਕੇ ਦੀ ਗੱਲ ਹੋ ਰਹੀ ਹੈ। ਮੇਨ ਕੀ ਹੈ ਸਬਜੈਕਟ ਸਾਡੇ ਤੋਂ, ਸਿੰਗੂਲਰ। ਸੋ ਸਿੰਗੂਲਰ ਸਬਜੈਕਟ ਨਾਲ ਅਸੀਂ ਕੀ ਯੂਜ਼ ਕਰਾਂਗੇ, ਹਮੇਸ਼ਾ ਇਜ਼ ਹੈਲਪਿੰਗ ਵਰਬ ਦਾ। ਸੋ ਇਜ਼ ਆ ਜਾਏਗਾ ਸਟਾਰਟਿੰਗ ਦੇ ਵਿੱਚ। ਐਂਡ ਉਸ ਤੋਂ ਬਾਅਦ ਕੀ ਆਏਗਾ, ਵਰਬ ਦੀ ਫਸਟ ਫਾਰਮ ਪਲਸ ਆਈਐਨਜੀ। ਉਹ ਕੀ ਹੋ ਗਿਆ ਸਾਡੇ ਤੋਂ, ਈਟਿੰਗ। ਸੋ ਕੀ ਸੈਂਟੈਂਸ ਬਣੇਗਾ, ਇਜ਼ ਰਾਮ ਈਟਿੰਗ ਫੂਡ। ਨੈਕਸਟ ਅਸੀਂ ਕੁਐਸਚਨਸ ਦੇਖਦੇ ਹਾਂ ਫॉर ਨੈਗੇਟਿਵ ਇੰਟੈਰੋਗੇਟਿਵ ਸੈਂਟੈਂਸਿਸ। ਹੁਣ ਨੈਗੇਟਿਵ ਇੰਟੈਰੋਗੇਟਿਵ ਸੈਂਟੈਂਸਿਸ ਕੀ ਹੁੰਦਾ ਹੈ, ਇੰਟੈਰੋਗੇਟਿਵ ਸੈਂਟੈਂਸਿਸ ਤੋਂ ਸਾਨੂੰ ਪਤਾ ਹੈ, ਇੰਟੈਰੋਗੇਟਿਵ ਸੈਂਟੈਂਸਿਸ ਉਹ ਸੈਂਟੈਂਸਿਸ ਜਿਨ੍ਹਾਂ ਵਿੱਚ ਕੋਈ ਪ੍ਰਸ਼ਨ ਪੁੱਛਿਆ ਜਾ ਰਿਹਾ ਹੋਵੇ। ਹੁਣ ਨੈਗੇਟਿਵ ਲਗਾ ਦਿੱਤਾ ਅੱਗੇ, ਇਹਦਾ ਮਤਲਬ ਕੀ ਹੋ ਗਿਆ ਕਿ ਉਹ ਸੈਂਟੈਂਸਿਸ ਵਿੱਚ ਕੋਈ ਨਕਾਰਾਤਮਕ ਗੱਲ ਵੀ ਹੋ ਰਹੀ ਹੈ। ਠੀਕ ਹੈ, ਇਹ ਵੀ ਅਸੀਂ ਐਗਜ਼ਾਮਪਲਸ ਨਾਲ ਸਮਝਾਂਗੇ। ਸੋ ਇਹਦਾ ਰੂਲ ਕੀ ਕਹਿੰਦਾ ਹੈ, ਰੂਲ ਸੇਮ ਅਬਵ ਰੂਲ ਵਰਗਾ ਹੀ ਹੈ, ਬਸ ਅਗੇਨ ਅਸੀਂ ਇੱਕ ਨਿਊ ਵਰਡ ਦਾ ਐਡ ਕੀਤਾ ਹੈ ਜੋ ਕਿ ਹੈ ਨਾਟ। ਸੋ ਸਟਾਰਟਿੰਗ 'ਚ ਉਹੀ ਸਬਜੈਕਟ ਦੇ ਅਕੋਰਡਿੰਗ ਅਸੀਂ ਇਜ਼ ਐਮ ਆਰ ਦਾ ਯੂਜ਼ ਕਰਾਂਗੇ। ਦੈਨ ਸਾਡੇ ਤੋਂ ਸਬਜੈਕਟ ਆਏਗਾ, ਦੈਨ ਸਬਜੈਕਟ ਤੋਂ ਬਾਅਦ ਅਸੀਂ ਨਾਟ ਦਾ ਯੂਜ਼ ਕਰਾਂਗੇ। ਉਸ ਤੋਂ ਬਾਅਦ ਵਰਬ ਦੀ ਫਸਟ ਫਾਰਮ ਪਲਸ ਆਈਐਨਜੀ ਐਂਡ ਲਾਸਟ ਆਬਜੈਕਟ। ਇਹ ਵੀ ਅਸੀਂ ਐਗਜ਼ਾਮਪਲਸ ਨਾਲ ਸਮਝਦੇ ਹਾਂ। ਜਿਵੇਂ ਕਿ ਕੀ ਮੈਂ ਨਹੀਂ ਲਿਖ ਰਿਹਾ ਹਾਂ। ਹੁਣ ਇਹ ਸੈਂਟੈਂਸ ਵਿੱਚ ਕੀ ਹੈ, ਪ੍ਰਸ਼ਨ ਤਾਂ ਪੁੱਛਿਆ ਜਾ ਹੀ ਰਿਹਾ ਹੈ, ਨਾਲ ਹੀ ਨਾਲ ਨਕਾਰਾਤਮਕ ਗੱਲ ਹੋ ਰਹੀ ਹੈ ਕਿ ਕੀ ਮੈਂ ਨਹੀਂ ਲਿਖ ਰਿਹਾ ਹਾਂ। ਇਸ ਕਰਕੇ ਕੀ ਹੋ ਗਿਆ, ਇੱਕ ਤਰੀਕੇ ਦਾ ਨੈਗੇਟਿਵ ਇੰਟੈਰੋਗੇਟਿਵ ਸੈਂਟੈਂਸ। ਸੋ ਅਕੋਰਡਿੰਗ ਟੂ ਅਬਵ ਰੂਲ ਸਭ ਤੋਂ ਪਹਿਲਾਂ ਕੀ ਹੈ, ਆਏਗਾ ਹੈਲਪਿੰਗ ਵਰਬ। ਸੋ ਆਈ ਹੈ, ਆਈ ਨਾਲ ਸਾਨੂੰ ਪਤਾ ਹੈ ਅਸੀਂ ਕੀ ਯੂਜ਼ ਕਰਾਂਗੇ, ਹਮੇਸ਼ਾ ਐਮ। ਤੋਂ ਸਟਾਰਟਿੰਗ 'ਚ ਕੀ ਆ ਜਾਏਗਾ, ਐਮ। ਤੇ ਉਸ ਤੋਂ ਬਾਅਦ ਸਾਡੇ ਤੋਂ ਆਈ ਕੀ ਆ ਗਿਆ, ਸਬਜੈਕਟ। तो ਉਸ ਤੋਂ ਬਾਅਦ ਅਸੀਂ ਕੀ ਯੂਜ਼ ਕਰਾਂਗੇ, ਨਾਟ। ਐਂਡ ਉਸ ਤੋਂ ਬਾਅਦ ਵਰਬ ਦੀ ਫਸਟ ਫਾਰਮ ਪਲਸ ਆਈਐਨਜੀ ਜੋ ਕਿ ਹੋ ਗਿਆ ਰਾਈਟਿੰਗ। ਸੋ ਕੀ ਸੈਂਟੈਂਸ ਬਣੇਗਾ, ਐਮ ਆਈ ਨਾਟ ਰਾਈਟਿੰਗ। ਸਿਮਿਲਰਲੀ ਕਿ ਉਹ ਨਹੀਂ ਦੌੜ ਰਿਹਾ ਹੈ, ਡੈਸ਼ ਹੀ ਡੈਸ਼। ਹੁਣ ਇਹ ਸੈਂਟੈਂਸ ਦਾ ਸਬਜੈਕਟ ਕੀ ਹੈ, ਹੀ, ਜੋ ਕਿ ਹੈ ਇੱਕ ਸਿੰਗੂਲਰ ਸਬਜੈਕਟ। ਸੋ ਹੀ ਦੇ ਨਾਲ ਅਸੀਂ ਆਲਵੇਜ਼ ਕੀ ਯੂਜ਼ ਕਰਾਂਗੇ, ਇਜ਼ ਹੈਲਪਿੰਗ ਵਰਬ ਦਾ। ਸੋ ਇਜ਼ ਕੀ ਆ ਜਾਏਗਾ ਸਟਾਰਟਿੰਗ ਦੇ ਵਿੱਚ। ਸੋ ਹੁਣ ਸਬਜੈਕਟ ਤੋਂ ਬਾਅਦ ਅਸੀਂ ਕੀ ਯੂਜ਼ ਕਰਾਂਗੇ, ਨਾਟ। ਨਾਟ ਤੋਂ ਬਾਅਦ ਆਏਗਾ ਵਰਬ ਦੀ ਫਸਟ ਫਾਰਮ ਪਲਸ ਆਈਐਨਜੀ ਜੋ ਕਿ ਹੈ ਰਨਿੰਗ। ਸੋ ਕੀ ਸੈਂਟੈਂਸ ਬਣੇਗਾ, ਇਜ਼ ਹੀ ਨਾਟ ਰਨਿੰਗ। ਸਿਮਿਲਰਲੀ ਕਿ ਅਸੀਂ ਨਹੀਂ ਖੇਡ ਰਹੇ ਹਾਂ, ਡੈਸ਼ ਵੀ ਡੈਸ਼। ਹੁਣ ਇਹ ਸੈਂਟੈਂਸ ਦਾ ਸਬਜੈਕਟ ਕੀ ਹੈ, ਵੀ, ਜੋ ਕਿ ਇੱਕ ਤਰੀਕੇ ਦਾ ਪਲੂਰਲ ਸਬਜੈਕਟ। ਐਂਡ ਸਾਨੂੰ ਪਤਾ ਹੈ ਵੀ ਦੇ ਨਾਲ ਅਸੀਂ ਹਮੇਸ਼ਾ ਕਿਸ ਹੈਲਪਿੰਗ ਵਰਬ ਦਾ ਯੂਜ਼ ਕਰਾਂਗੇ, ਆਰ ਹੈਲਪਿੰਗ ਵਰਬ ਦਾ ਯੂਜ਼ ਕਰਾਂਗੇ। ਸੋ ਆਰ ਕੀ ਆ ਜਾਏਗਾ ਸਟਾਰਟਿੰਗ ਦੇ ਵਿੱਚ। ਉਸ ਤੋਂ ਬਾਅਦ ਵੀ ਸੱਤ ਹੋ ਗਿਆ ਸਬਜੈਕਟ। ਉਸ ਤੋਂ ਬਾਅਦ ਅਸੀਂ ਯੂਜ਼ ਕਰਾਂਗੇ ਨਾਟ। ਤੇ ਉਸ ਤੋਂ ਬਾਅਦ ਆਏਗਾ ਵਰਬ ਦੀ ਫਸਟ ਫਾਰਮ ਪਲਸ ਆਈਐਨਜੀ ਜੋ ਕਿ ਹੋ ਗਿਆ ਪਲੇਇੰਗ। ਸੋ ਕੀ ਸੈਂਟੈਂਸ ਬਣੇਗਾ, ਆਰ ਵੀ ਨਾਟ ਪਲੇਇੰਗ। ਲਾਸਟ ਸਾਡੇ ਤੋਂ ਆਉਂਦਾ ਹੈ ਕਿ ਰੀਨਾ ਨਹੀਂ ਪੜ੍ਹ ਰਹੀ ਹੈ, ਡੈਸ਼ ਰੀਨਾ ਡੈਸ਼। ਹੁਣ ਇਹ ਸੈਂਟੈਂਸ ਵਿੱਚ ਰੀਨਾ ਕੀ ਹੈ, ਇੱਕ ਲੜਕੀ ਵੱਲ ਪੁਆਇੰਟ ਆਊਟ ਕੀਤਾ ਜਾ ਰਿਹਾ ਹੈ। ਸੋ ਇਹ ਕੀ ਹੋ ਗਿਆ, ਇੱਕ ਸਿੰਗੂਲਰ ਸਬਜੈਕਟ। ਸੋ ਸਿੰਗੂਲਰ ਸਬਜੈਕਟ ਨਾਲ ਅਸੀਂ ਕੀ ਯੂਜ਼ ਕਰਾਂਗੇ, ਇਜ਼ ਹੈਲਪਿੰਗ ਵਰਬ ਦਾ ਯੂਜ਼ ਕਰਾਂਗੇ। ਸੋ ਇਜ਼ ਆ ਗਿਆ ਸਟਾਰਟਿੰਗ ਦੇ ਵਿੱਚ। ਦੈਨ ਰੀਨਾ ਹੋ ਗਿਆ ਸਾਤੋਂ ਸਬਜੈਕਟ। ਸਬਜੈਕਟ ਤੋਂ ਬਾਅਦ ਆਏਗਾ ਨਾਟ। ਐਂਡ ਉਸ ਤੋਂ ਬਾਅਦ ਵਰਬ ਦੀ ਫਸਟ ਫਾਰਮ ਪਲਸ ਆਈਐਨਜੀ ਜੋ ਕਿ ਹੋ ਗਿਆ ਸਟੱਡਿੰਗ। ਸੋ ਕੀ ਆਂਸਰ ਆਏਗਾ ਇਹਦਾ, ਇਜ਼ ਰੀਨਾ ਨਾਟ ਸਟੱਡਿੰਗ। ਸੋ ਅੱਜ ਦੀ ਪ੍ਰੈਜ਼ੈਂਟ ਕੰਟੀਨਿਊਸ ਪ੍ਰੈਕਟਿਸ ਕੁਐਸਚਨਸ ਦੀ ਵੀਡੀਓ ਦੇ ਲਈ ਇੰਨਾ ਹੀ। ਮੈਂ ਹੋਪ ਕਰਦੀ ਹਾਂ ਤੁਹਾਨੂੰ ਸਾਰੇ ਕੁਐਸਚਨਸ ਕਲੀਅਰ ਹੋਣਗੇ, ਸਮਝ ਆਏ ਹੋਣਗੇ। ਥੈਂਕ ਯੂ ਫॉर ਵਾਚਿੰਗ।